ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਅਕਬਰ ਦੀ ਕਚਹਿਰੀ ਵਿੱਚੋਂ ਪ੍ਰਸੰਨਤਾ ਸਹਿਤ ਆਪਣੇ ਘਰ ਚੂਨੇ ਮੰਡੀ ਆ ਗਏ। ਦੂਜੇ ਦਿਨ ਜਦ ਆਪ ਜੀ ਬਾਜ਼ਾਰ ਗਏ ਤਾਂ ਇੱਕ ਬਹੁਤ ਮੁੱਲ ਦਾ ਸੁੰਦਰ ਕੱਪੜਾ ਇੱਕ ਦੁਕਾਨ ਤੇ ਵੇਖ ਕੇ ਮਨ ਵਿੱਚ ਹੀ ਪ੍ਰੇਮ ਨਾਲ ਕਹਿਣ ਲੱਗੇ ਕਿ ਇਸ ਕੱਪੜੇ ਦਾ ਗੁਰੂ ਜੀ ਵਾਸਤੇ ਜਾਮਾ ਜਾਣੀ ਕਿ ਚੋਗਾ ਬਹੁਤ ਚੰਗਾ ਬਣੇਗਾ। ਤੇ ਫਿਰ ਮਨ ਵਿੱਚ ਹੀ ਉਸ ਨੂੰ ਸਿਉਂ ਕੇ ਗੁਰੂ ਜੀ ਦੇ ਗਲ ਪਾਇਆ ਵੇਖ ਕੇ ਬੜੇ ਪ੍ਰਸੰਨ ਹੁੰਦੇ ਰਹੇ। ਉਧਰ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਬੈਠੇ ਹੀ ਆਪ ਜੀ ਦੇ ਪ੍ਰੇਮ ਨੂੰ ਜਾਣ ਕਰਕੇ ਆਪ ਦੇ ਸਰੀਰ ਨੂੰ ਇਸ ਤਰ੍ਹਾਂ ਹਿਲਾਉਣ ਲੱਗੇ ਜਿਵੇਂ ਕੱਪੜਾ ਪਹਿਨ ਰਹੇ ਹੋਣ। ਬੱਲੂ ਨੇ ਪੁੱਛਿਆ, ਮਹਾਰਾਜ ਆਪ ਇਸ ਤਰ੍ਹਾਂ ਅੰਗ ਕਿਉਂ ਹਿਲਾਉਂਦੇ ਹੋ? ਗੁਰੂ ਜੀ ਨੇ ਕਿਹਾ, ਭਾਈ ਸਾਨੂੰ ਸ਼੍ਰੀ ਰਾਮਦਾਸ ਲਾਹੌਰ ਦੇ ਬਾਜ਼ਾਰ ਵਿੱਚ ਖੜਾ ਚੋਗਾ ਪਹਿਨਾ ਰਿਹਾ ਹੈ, ਅਸੀਂ ਉਸ ਦਾ ਪ੍ਰੇਮ ਵੇਖ ਕੇ ਉਹ ਚੋਗਾ ਪਹਿਨ ਰਹੇ ਹਾਂ। ਇਹ ਬਚਨ ਸੁਣ ਕੇ ਸਭ ਨੇ ਆਪ ਜੀ ਨੂੰ ਸੀਸ ਨਿਵਾ ਕੇ ਧੰਨ ਧੰਨ ਆਖਿਆ ਕਿ ਆਪ ਸਿੱਖਾਂ ਦੇ ਪ੍ਰੇਮ ਨੂੰ ਇਸ ਤਰ੍ਹਾਂ ਸਤਿਕਾਰਦੇ ਹੋ। ਸ਼੍ਰੀ ਰਾਮਦਾਸ ਜੀ ਉੱਥੋਂ ਚੱਲ ਕੇ ਅੱਗੇ ਚੌਂਕ ਵਿੱਚ ਆਏ ਤਾਂ ਉੱਥੇ ਆਪ ਜੀ ਨੇ ਬੇਰ ਉੱਤੇ ਅੰਬ ਵਿਕਦੇ ਵੇਖੇ। ਆਪ ਜੀ ਇਹ ਵਿਚਾਰ ਕਰਕੇ ਕਿ ਇਹ ਲਾਹੌਰ ਦੀ ਸੁਗਾਤ ਗੁਰੂ ਸਾਹਿਬ ਜੀ ਨੂੰ ਭੇਟਾ ਕਰਨ ਯੋਗ ਹੈ, ਇੱਕ ਸੁੰਦਰ ਅੰਬ 1 ਰੁਪਏ ਤੋਂ ਗੁਰੂ ਜੀ ਵਾਸਤੇ ਮੁੱਲ ਲੈ ਲਿਆ ਅਤੇ ਗੋਇੰਦਵਾਲ ਨੂੰ ਤੁਰ ਪਏ। ਪ੍ਰੇਮ ਦੀ ਖਿੱਚ ਨਾਲ ਆਪ ਜੀ ਸਾਰਾ ਦਿਨ ਤੁਰੇ ਗਏ। ਰਾਸਤੇ ਵਿੱਚ ਰਾਤ ਇੱਕ ਪਿੰਡ ਠਹਿਰੇ। ਸਵੇਰੇ ਉੱਠ ਕੇ ਫਿਰ ਕਾਹਲੀ ਕਾਹਲੀ ਤੁਰ ਕੇ ਜਦ ਭੈਰੋਵਾਲ ਪਹੁੰਚ ਗਏ ਤਾਂ ਆਪ ਜੀ ਨੇ ਵੇਖਿਆ ਕਿ ਗਰਮੀ ਦੇ ਕਾਰਨ ਅੰਬ ਫੁੱਟ ਗਿਆ ਹੈ ਅਤੇ ਉਸ ਦਾ ਰਸ ਨਿਕਲ ਰਿਹਾ ਹੈ। ਇਹ ਹੁਣ ਗੁਰੂ ਤੱਕ ਨਹੀਂ ਪਹੁੰਚ ਸਕਦਾ। ਤਦ ਆਪ ਜੀ ਨੇ ਗੁਰੂ ਜੀ ਦਾ ਧਿਆਨ ਧਰ ਕੇ ਆਖਿਆ, ਹੇ ਮਹਾਰਾਜ, ਇਹ ਅੰਬ ਆਪ ਜੀ ਦੇ ਅਰਪਣ ਹੈ, ਇਸ ਦਾ ਗਰਮੀ ਦੇ ਕਾਰਨ ਰਸਾ ਚੌਂਦਾ ਜਾਂਦਾ ਹੈ। ਆਪ ਕਿਰਪਾ ਕਰਕੇ ਇਸ ਨੂੰ ਅੰਗੀਕਾਰ ਕਰਕੇ ਮੇਰੀ ਸ਼ਰਧਾ ਪੂਰੀ ਕਰੋ। ਇਸ ਤਰ੍ਹਾਂ ਬੇਨਤੀ ਕਰਕੇ ਆਪ ਜੀ ਨੇ ਅੰਬ ਚੂਪ ਲਿਆ। ਉਧਰ ਇਸ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਬੜੇ ਪ੍ਰੇਮ ਅਤੇ ਸਵਾਦ ਨਾਲ ਅੰਬ ਚੂਪ ਰਹੇ ਸਨ। ਫਿਰ ਗੁਰੂ ਜੀ ਨੇ ਅੰਬ ਦੀ ਗੁਠਲੀ ਮੂੰਹ ਵਿੱਚੋਂ ਕੱਢ ਕੇ ਬੱਲੂ ਨੂੰ ਦਿੱਤੀ ਕਿ ਇਸ ਨੂੰ ਤਾਕੀ ਵਿੱਚ ਰੱਖ ਲਏ। ਜਦ ਸ਼੍ਰੀ ਰਾਮਦਾਸ ਜੀ ਕੁਝ ਸਮੇਂ ਉਪਰੰਤ ਪਹੁੰਚ ਗਏ ਤਾਂ ਗੁਰੂ ਜੀ ਨੇ ਕਿਹਾ, ਰਾਮਦਾਸ ਜੀ ਤੁਸਾਂ ਸਾਨੂੰ ਬੜਾ ਸੁੰਦਰ ਚੋਲਾ ਪਹਿਨਾਇਆ ਹੈ ਅਤੇ ਮਿੱਠਾ ਅੰਬ ਚੁਪਾਇਆ ਹੈ। ਤਦ ਸ਼੍ਰੀ ਰਾਮਦਾਸ ਜੀ ਨੇ ਕਿਹਾ, ਮਹਾਰਾਜ ਆਪ ਦਾਸਾਂ ਨੂੰ ਨਿਵਾਜਣ ਵਾਲੇ ਹੋ ਅਤੇ ਆਪਣੀ ਮਹਿਮਾ ਆਪ ਹੀ ਜਾਣਦੇ ਹੋ। ਉਪਰੰਤ ਆਪ ਜੀ ਨੇ ਜਦ ਅਕਬਰ ਦੀ ਕਚਹਿਰੀ ਵਿੱਚ ਹੋਈ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ ਤਾਂ ਗੁਰੂ ਜੀ ਬਹੁਤ ਪ੍ਰਸੰਨ ਹੋਏ। ਸ਼ਾਂਤੀ ਦੇ ਪੁੰਜ ਸਤਿਗੁਰੂ ਅਮਰਦਾਸ ਜੀ ਜਿਨ੍ਹਾਂ ਦੇ ਦਰਸ਼ਨ ਹੀ ਤੀਰਥ ਹਨ, ਉਹਨਾਂ ਨੇ ਪ੍ਰਿਥਵੀ ਦੇ ਤੀਰਥਾਂ ਤੇ ਜਾਣ ਦੀ ਇੱਛਾ ਕੀਤੀ। ਗੰਗਾ ਆਦਿਕ ਜਿਤਨੇ ਤੀਰਥ ਹਨ ਉਹਨਾਂ ਵਿੱਚੋਂ ਜਿਹੜੇ ਪਾਪੀ ਲੋਕ ਇਸ਼ਨਾਨ ਕਰਦੇ ਹਨ ਉਹ ਆਪਣੀ ਅਣਗਿਣਤ ਪਾਪ ਉਹਨਾਂ ਵਿੱਚ ਛੱਡ ਜਾਂਦੇ ਹਨ। ਸਮਾਂ ਪਾ ਕੇ ਉਹਨਾਂ ਪਾਪਾਂ ਦਾ ਭਾਰ ਤੀਰਥਾਂ ਤੋਂ ਸਹਾਰਿਆ ਨਹੀਂ ਜਾਂਦਾ। ਇਸ ਵਾਸਤੇ ਉਹਨਾਂ ਨੇ ਗੁਰੂ ਜੀ ਦੀ ਆਰਾਧਨਾ ਕੀਤੀ ਕਿ ਆਣ ਕੇ ਸਾਡੇ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਸਾਡੇ ਦੁੱਖ ਦੂਰ ਕਰੋ। ਇਸ ਤਰ੍ਹਾਂ ਸਾਰੇ ਤੀਰਥਾਂ ਦਾ ਮਨੋਰਥ ਜਾਣ ਕਰਕੇ ਗੁਰੂ ਜੀ ਸਿੱਖ ਸੰਗਤ ਨੂੰ ਨਾਲ ਲੈ ਕੇ ਚੱਲ ਪਏ ਅਤੇ ਨਿੱਕੀਆਂ ਨਿੱਕੀਆਂ ਮੰਜ਼ਲਾਂ ਕਰਦੇ ਹੋਏ ਪਹੋਏ ਕੁਰੂਕਸ਼ੇਤਰ ਜਿੱਥੇ ਸਰਸਵਤੀ ਨਦੀ ਵਗਦੀ ਹੈ ਪੁੱਜ ਗਏ। ਇੱਥੇ ਸਭ ਨੇ ਇਸ਼ਨਾਨ ਕਰਕੇ ਫਿਰ ਗੁਰੂ ਜੀ ਤੋਂ ਇਸ ਤੀਰਥ ਦੀ ਮਹਿਮਾ ਪੁੱਛੀ। ਗੁਰੂ ਜੀ ਨੇ ਦੱਸਿਆ ਕਿ ਇੱਥੇ ਵਿਸ਼ਵਾਮਿੱਤਰ ਆਦਿ ਬਹੁਤ ਰਿਖੀਆਂ ਨੇ 48 ਕੂਹਾਂ ਵਿੱਚ ਬੈਠ ਕੇ ਤਪ ਕੀਤੇ ਸਨ। ਬਹੁਤ ਰਿਖੀਆਂ ਦੀ ਭੀੜ ਕਰਕੇ ਉਹਨਾਂ ਨੂੰ ਬੈਠਣ ਵਾਸਤੇ ਥਾਂ ਨਹੀਂ ਰਹੀ ਤਾਂ ਉਹਨਾਂ ਨੇ ਸਰਸਵਤੀ ਨਦੀ ਦੀ ਆਰਾਧਨਾ ਕਰਕੇ ਆਖਿਆ, ਹੇ ਦੇਵੀ ਸਾਨੂੰ ਬੈਠਣ ਵਾਸਤੇ ਥਾਂ ਦਿਓ। ਤਦ ਸਰਸਵਤੀ 2 ਕੋਹ ਪਿੱਛੇ ਹਟ ਗਈ ਤੇ ਰਿਖੀਆਂ ਨੂੰ ਬੈਠਣ ਵਾਸਤੇ ਥਾਂ ਮਿਲ ਗਈ। ਉੱਥੇ ਬੈਠ ਕੇ ਰਿਖੀ ਤਪ ਕਰਨ ਲੱਗ ਪਏ। ਫਿਰ ਆਪ ਜੀ ਨੇ ਇੱਕ ਮੰਕਨ ਰਿਖੀ ਦੀ ਗੱਲ ਸੁਣਾਈ ਕਿ ਉਸਨੇ ਇੱਥੋਂ ਪਿਹੋਏ ਤੋਂ 3 ਕੋਹਾਂ ਤੇ ਸਰਸਵਤੀ ਦੇ ਕਿਨਾਰੇ ਬੜਾ ਕਠਿਨ ਤਪ ਕੀਤਾ। ਇੱਕ ਦਿਨ ਉਸ ਦੀ ਕਿਸੇ ਤਰ੍ਹਾਂ ਇੱਕ ਉਂਗਲੀ ਨੂੰ ਚੀਰ ਆ ਗਿਆ। ਉਸ ਵਿੱਚ ਲਹੂ ਦੀ ਥਾਂ ਹਰੇ ਪੱਤੇ ਦੇ ਪਾਣੀ ਵਾਂਗ ਹਰਾ ਪਾਣੀ ਨਿਕਲਿਆ। ਉਸ ਨੂੰ ਵੇਖ ਕੇ ਮੁਨੀ ਖੁਸ਼ੀ ਨਾਲ ਨੱਚਣ ਲੱਗ ਗਿਆ। ਉਸ ਦੇ ਤਪ ਦੇ ਪ੍ਰਭਾਵ ਕਰਕੇ ਸਾਰੇ ਸੰਸਾਰੀ ਜੀਵ ਨੱਚਣ ਲੱਗ ਪਏ। ਤਦ ਦੇਵਤਿਆਂ ਨੇ ਸ਼ਿਵਾ ਨੂੰ ਬੇਨਤੀ ਕੀਤੀ ਕਿ ਮੰਕਣ ਨੂੰ ਨੱਚਣ ਤੋਂ ਹਟਾਓ, ਸੰਸਾਰੀ ਲੋਕ ਬੜੇ ਦੁਖੀ ਹਨ। ਸ਼ਿਵਾ ਨੇ ਆਪਣਾ ਭੇਸ ਬਦਲ ਕੇ ਮੁਨੀ ਨੂੰ ਪੁੱਛਿਆ ਕਿ ਆਪ ਕਿਸ ਕਾਰਨ ਨੱਚ ਰਹੇ ਹੋ? ਮੰਕਨ ਨੇ ਕਿਹਾ, ਮੈਂ ਇਤਨਾ ਕਠਿਨ ਤਪ ਕੀਤਾ ਹੈ ਕਿ ਮੇਰੇ ਸਰੀਰ ਵਿੱਚ ਲਹੂ ਨਹੀਂ ਰਿਹਾ, ਇਸ ਖੁਸ਼ੀ ਕਰਕੇ ਮੈਂ ਨੱਚ ਰਿਹਾ ਹਾਂ। ਤਦ ਸ਼ਿਵ ਜੀ ਨੇ ਆਪਣੀ ਉਂਗਲੀ ਚੀਰ ਕੇ ਉਸ ਵਿੱਚੋਂ ਸਵਾਹ ਕੱਢ ਕੇ ਵਿਖਾਈ ਅਤੇ ਕਿਹਾ ਕਿ ਵੇਖ, ਤਪ ਕਰਕੇ ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਰਿਹਾ, ਸਵਾਹ ਹੋ ਗਈ ਹੈ। ਮੈਨੂੰ ਫਿਰ ਵੀ ਕੋਈ ਖੁਸ਼ੀ ਨਹੀਂ ਹੋਈ, ਤੂੰ ਪਾਣੀ ਵੇਖ ਕੇ ਹੀ ਖੁਸ਼ ਹੋ ਗਿਆ ਹੈ। ਇਹ ਗੱਲ ਸੁਣ ਕੇ ਮੰਕਨ ਰਿਖੀ ਨੱਚਣੋਂ ਹਟ ਕੇ ਫਿਰ ਤਪ ਕਰਨ ਲੱਗ ਪਿਆ ਤੇ ਜਗਤ ਜੀਵਾਂ ਨੂੰ ਸ਼ਾਂਤੀ ਮਿਲੀ। ਇੱਥੇ ਇਸ਼ਨਾਨ ਕਰਕੇ ਫਿਰ ਅੱਗੇ ਥਾਨੇਸਰ ਜਾਂ ਡੇਰਾ ਕੀਤਾ। ਇੱਥੇ ਗੁਰੂ ਜੀ ਨੇ ਦੱਸਿਆ ਕਿ ਕੌਰਵਾਂ ਪਾਂਡਵਾਂ ਦੇ ਯੁੱਧ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। ਇਹ ਸਥਾਨ ਜੋਤੀਸਰ ਤੀਰਥ ਦੇ ਨਾਮ ਨਾਲ ਪ੍ਰਸਿੱਧ ਹੈ। ਜੋਤੀਸਰ ਗੁਰੂ ਜੀ ਦਾ ਦੀਵਾਨ ਸੱਜ ਗਿਆ। ਲੋਕ ਹੁੰਮ ਹੁਮਾ ਕੇ ਦਰਸ਼ਨ ਕਰਨ ਆਏ। ਜੋਗੀ ਸੰਨਿਆਸੀ ਪੰਡਤ ਅਤੇ ਬਿਰਾਗੀ ਆਦਿ ਵੀ ਬਹੁਤ ਆਏ।
ਕੁਝ ਹੰਕਾਰੀ ਪੰਡਤ ਅਤੇ ਸੰਨਿਆਸੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਨਾਨਕ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਸ ਦੇ ਕਾਰਨ ਦਾ ਸਾਨੂੰ ਪਤਾ ਨਹੀਂ ਲੱਗਾ, ਜਦੋਂ ਕਿ ਵੇਦਾਂ ਪੁਰਾਣਾਂ ਦਾ ਪੜ੍ਹਨਾ ਸੁਣਨਾ ਅੱਗੇ ਹੀ ਬਹੁਤ ਪ੍ਰਚਲਿਤ ਹੈ, ਤਾਂ ਇਸ ਦੇ ਰਚਣ ਦਾ ਕੀ ਲਾਭ ਹੈ। ਉਹਨਾਂ ਦੀ ਇਸ ਸ਼ੰਕਾ ਨੂੰ ਨਿਵਰਤ ਕਰਨ ਵਾਸਤੇ ਗੁਰੂ ਜੀ ਨੇ ਇੱਕ ਸ਼ਬਦ ਦੀ ਉਚਾਰਨ ਕੀਤਾ ਸੀ, ਜਿਸ ਦਾ ਅਰਥ ਸੀ, ਧਰਤੀ ਉੱਤੇ ਜੋ ਮੀਂਹ ਪੈਂਦਾ ਹੈ ਤਾਂ ਕਿ ਅੱਗੇ ਧਰਤੀ ਵਿੱਚ ਪਾਣੀ ਨਹੀਂ ਹੁੰਦਾ, ਪਰ ਧਰਤੀ ਦਾ ਪਾਣੀ ਕਿਉਂਕਿ ਯਤਨ ਨਾਲ ਕੱਢ ਕੇ ਵਰਤਿਆ ਜਾਂਦਾ ਹੈ, ਇਸ ਕਰਕੇ ਮੀਂਹ ਦਾ ਪਾਣੀ ਹਰ ਇੱਕ ਜੀਵ ਜੰਤੂ ਨੂੰ ਸੁਖੈਨ ਪਹੁੰਚਾਉਣ ਵਾਸਤੇ ਪਰਮੇਸ਼ਰ ਮੀਂਹ ਪਾਉਂਦਾ ਹੈ। ਇਸ ਤਰ੍ਹਾਂ ਹੀ ਵੇਦਾਂ ਪੁਰਾਣਾਂ ਦੀ ਕਠਿਨ ਬਾਣੀ ਦੇ ਹੁੰਦਿਆਂ ਜੋ ਯਤਨ ਨਾਲ ਪ੍ਰਾਪਤ ਹੁੰਦੀ ਹੈ, ਗੁਰੂ ਜੀ ਨੇ ਆਪਣੀ ਬਾਣੀ ਮੀਂਹ ਵਾਂਗੂ ਲੋਕਾਂ ਦੀ ਸੁਖੈਨ ਪ੍ਰਾਪਤੀ ਵਾਸਤੇ ਰਚੀ ਹੈ। ਬਸ ਇਸ ਗੱਲ ਨੂੰ ਸਮਝ ਕੇ ਹੀ ਆਪਣਾ ਭਰਮ ਦੂਰ ਕਰ ਲਵੋ ਕਿ ਜੋ ਕੁਝ ਧਰਤੀ ਦਾ ਪਾਣੀ ਹੈ ਉਹੀ ਮੀਂਹ ਦਾ ਪਾਣੀ ਹੈ, ਜੋ ਅੰਤ ਨੂੰ ਉਸ ਵਿੱਚ ਹੀ ਸਮਾ ਜਾਂਦਾ ਹੈ। ਵੇਦਾਂ ਪੁਰਾਣਾਂ ਦੀ ਬਾਣੀ ਪੜ੍ਹਨ ਸੁਣਨ ਦਾ ਹਰ ਇੱਕ ਪ੍ਰਾਣੀ ਨੂੰ ਅਧਿਕਾਰ ਨਹੀਂ ਹੈ, ਫਿਰ ਇਸ ਦੇ ਸਮਝਣ ਵਾਸਤੇ ਬੁੱਧੀ ਉੱਤਮ ਚਾਹੀਦੀ ਹੈ। ਪਰ ਗੁਰੂ ਜੀ ਦੀ ਬਾਣੀ ਸਭ ਛੋਟੇ ਊਚ ਨੀਚ ਨੂੰ ਪੜ੍ਹਨ ਦਾ ਅਧਿਕਾਰ ਹੈ। ਸਧਾਰਨ ਪੜ੍ਹਨ ਸੁਣਨ ਨਾਲ ਸਮਝ ਵਿੱਚ ਆ ਜਾਂਦੀ ਹੈ। ਇਸ ਕਰਕੇ ਸਭ ਦੇ ਹਿੱਤ ਲਈ ਗੁਰੂ ਨਾਨਕ ਜੀ ਨੇ ਬਾਣੀ ਰਚੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਦੇ ਸੰਸ਼ੇ ਨਿਵਰਤ ਹੋ ਗਏ ਅਤੇ ਪ੍ਰਸੰਨ ਚਿੱਤ ਘਰਾਂ ਨੂੰ ਪਧਾਰ ਗਏ। ਗੁਰੂ ਜੀ 3 ਦਿਨ ਵਿਸ਼ਰਾਮ ਕਰਕੇ ਅੱਗੇ ਜਮਨਾ ਦੀ ਘਾਟ ਤੇ ਚਲੇ ਗਏ। ਸਭ ਨੇ ਇਸ਼ਨਾਨ ਅਤੇ ਖਾਣ ਪੀਣ ਕਰਕੇ ਜਦ ਡੇਰਾ ਕਰ ਲਿਆ ਤਾਂ ਸਿੱਖਾਂ ਨੇ ਜਮਨਾ ਦਾ ਪ੍ਰਸੰਗ ਪੁੱਛਿਆ, ਤਾਂ ਆਪ ਜੀ ਨੇ ਕਿਹਾ, ਇਹ ਜਮਨਾ ਵਿਸ਼ਕਰਮਾ ਦੀ ਦੋਤਰੀ, ਸੂਰਜ ਦੀ ਪੁੱਤਰੀ ਅਤੇ ਕ੍ਰਿਸ਼ਨ ਦੀ ਇਸਤਰੀ ਹੋਈ ਹੈ, ਇਸ ਕਰਕੇ ਇਹ ਪਵਿੱਤਰ ਮੰਨੀ ਗਈ ਹੈ। ਤੁਸੀਂ ਇਸ਼ਨਾਨ ਕਰੋ ਤੇ ਸਤਨਾਮ ਦਾ ਜਾਪ ਕਰੋ। ਇੱਥੋਂ ਜਦ ਜਮਨਾ ਪਾਰ ਹੋਣ ਲੱਗੇ ਤਾਂ ਅੱਗੇ ਮਸੂਲੀਏ ਬੈਠੇ ਸਨ। ਉਹਨਾਂ ਨੇ ਜਦ ਗੁਰੂ ਜੀ ਦੀ ਮਹਿਮਾ ਵੇਖੀ ਤਾਂ ਉਹ ਡਰ ਗਏ ਅਤੇ ਉਹਨਾਂ ਨੇ ਕਿਸੇ ਸਿੱਖ ਪਾਸੋਂ ਮਸੂਲ ਨਾ ਮੰਗਿਆ। ਉਪਰੰਤ ਉਸ ਦਿਨ ਸਾਰੇ ਹੀ ਇਸਤਰੀ ਪੁਰਸ਼ ਗੁਰੂ ਜੀ ਦਾ ਨਾਮ ਲੈ ਕੇ, ਅਸੀਂ ਉਹਨਾਂ ਦੇ ਸਿੱਖ ਹਾਂ, ਮੁਫਤ ਜਮਨਾ ਤੋਂ ਪਾਰ ਲੰਘ ਗਏ। ਮਸੂਲੀਏ ਆਪਣੀਆਂ ਸੰਦੂਕੜੀਆਂ ਖਾਲੀ ਵੇਖ ਕੇ ਬਹੁਤ ਹੈਰਾਨ ਹੋਏ ਕਿ ਅੱਜ ਸਾਡੇ ਨਾਲ ਕੀ ਵਰਤਾਰਾ ਵਰਤਿਆ ਹੈ। ਜਮਨਾ ਤੋਂ ਪਾਰ ਗੁਰੂ ਜੀ ਨਾਲ ਬਹੁਤ ਸੰਗਤ ਜੁੜ ਗਈ ਅਤੇ ਆਪ ਜੀ ਨੇ ਗੰਗਾ ਦੇ ਕਿਨਾਰੇ ਇੱਕ ਖੁੱਲੇ ਥਾਂ ਕਨਖਲ ਜਾ ਡੇਰਾ ਕੀਤਾ। ਇਸ਼ਨਾਨ ਦਾਨ ਉਪਰੰਤ ਆਪ ਜੀ ਦਾ ਦੀਵਾਨ ਸਜ ਗਿਆ ਅਤੇ ਲੰਗਰ ਅਟੁੱਟ ਵਰਤਣ ਲੱਗਾ। ਆਪ ਜੀ ਦੀ ਮਹਿਮਾ ਸੁਣ ਕੇ ਹਰਿਦੁਆਰ ਦੇ ਰਹਿਣ ਵਾਲੇ ਰਿਖੀ ਮੁਨੀ, ਮਹਾਤਮਾ, ਪੰਡਤ ਅਤੇ ਲੋਕ ਦਰਸ਼ਨ ਕਰਨ ਆਏ। ਅਨੇਕ ਪ੍ਰਕਾਰ ਦੇ ਪ੍ਰਸ਼ਨ ਉੱਤਰ ਸੁਣ ਕੇ ਪ੍ਰਸੰਨਤਾ ਪੂਰਵਕ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਆਪਣੇ ਡੇਰੇ ਅਸਥਾਨਾਂ ਨੂੰ ਚਲੇ ਗਏ। ਇਸ ਤਰ੍ਹਾਂ ਹੀ ਕੁਝ ਦਿਨ ਨਾਮਦਾਨ ਦੇ ਉਪਦੇਸ਼ ਦੁਆਰਾ ਬੇਅੰਤ ਸ਼ਰਧਾਲੂਆਂ ਨੂੰ ਨਿਹਾਲ ਕਰਕੇ ਗੁਰੂ ਜੀ ਵਾਪਸ ਗੋਇੰਦਵਾਲ ਨੂੰ ਚੱਲ ਪਏ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ।